प्यारे बच्चों, ਅੱਜ ਅਸੀਂ ਕੋਲੀजन्स बारे पढ़ांगे। कोलीजन्स का मतलब है टकराव। ਜਿਹੜੀ कोलीजन्स ने ਉਹ तीन टाइप्स ਦੀਆਂ ਹੁੰਦੀਆਂ ਨੇ। पहली इलास्टिक कोलीजन, फिर इन इलास्टिक कोलीजन ਤੇ तीसरी परफेक्टली इन इलास्टिक कोलीजन। ਇਹਨਾਂ ਤਿੰਨਾਂ कोलीजन्स ਨੂੰ ਅਸੀਂ ਐਕਟੀਵਿਟੀਜ਼ ਦੇ ਥਰੂ ਅੱਜ ਸਮਝਾਂਗੇ। ਪਹਿਲਾ ਹੈ ਇਲਾਸਟਿਕ ਕੋਲੀजन। ਇਲਾਸਟਿਕ ਕੋਲੀजन ਉਹ ਹੁੰਦੀ ਹੈ ਜਿੱਥੇ ਮੋਮੈਂਟਮ ਤੇ ਕਾਇਨੈਟਿਕ એનર્ਜੀ ਜਿਹੜੀ ਹੈ ਕੋਲੀजन ਤੋਂ ਬਾਅਦ ਕੰਜ਼ਰਵ ਰਹਿੰਦੀ ਹੈ। ਜੇ ਅਸੀਂ ਇਹਨੂੰ ਇੱਕ ਐਕਟੀਵਿਟੀ ਦੇ ਥਰੂ ਦੇਖਣਾ ਹੈ ਤਾਂ ਅਸੀਂ ਦੋ ਬॉल्स ਲੈਣੀਆਂ ਨੇ। ਉਹਨਾਂ ਦੋਨਾਂ ਬॉल्स ਦਾ ਜਿਹੜਾ ਮਾਸ ਹੈ ਉਹ ਇਕੁਅਲ ਹੈ ਤੇ ਇਸ ਬॉल ਨੂੰ ਆ ਕੇ ਇੱਕ ਵਾਈਟ ਬॉल ਟਕਰਾ ਰਹੀ ਹੈ ਤਾਂ ਜਿਹੜੀ ਵਾਈਟ ਬॉल ਹੈ ਉਹ ਰੈਸਟ 'ਤੇ ਚਲੀ ਗਈ ਤੇ ਜਿਹੜੀ ਬਲੈਕ ਬॉल ਸੀ ਉਹ ਅੱਗੇ ਵੱਧ ਗਈ। ਇੱਥੇ ਸਾਡਾ ਨੈਟ ਮੋਮੈਂਟਮ ਜਿਹੜਾ ਹੈ ਬਿਫੋਰ ਕੋਲੀजन ਤੇ ਨੈਟ ਮੋਮੈਂਟਮ ਜਿਹੜਾ ਹੈ ਆਫਟਰ ਦੀ ਕੋਲੀजन ਇਹ ਦੋਨੋਂ ਇਕੁਅਲ ਨੇ। ਇਹ ਇੱਕ ਇਲਾਸਟਿਕ ਕੋਲੀजन ਦੀ ਐਗਜ਼ਾਮਪਲ ਹੈ। ਇਸ ਨੂੰ ਹੋਰ ਸਮਝਦੇ ਹੋਏ ਅਸੀਂ ਇੱਕ ਹੋਰ ਦੁਬਾਰਾ ਤੋਂ ਬॉल ਲੈ ਲਈ। ਇੱਕ ਬॉल ਲਈ ਹੋਈ ਹੈ ਬਲੈਕ ਵਾਲੀ, ਉਹ ਵੀ ਮੂਵ ਕਰ ਰਹੀ ਹੈ ਤੇ ਇਹਦੇ ਪਿੱਛੋਂ ਦੀ ਇੱਕ ਵਾਈਟ ਵਾਲੀ ਬॉल ਹੋਰ ਵੀ ਜ਼ਿਆਦਾ ਵੈਲੋਸਿਟੀ ਨਾਲ ਆ ਕੇ ਇਹਦੇ ਨਾਲ ਕੋਲਾਈਡ ਕਰ ਗਈ ਤਾਂ ਕੀ ਹੋਇਆ ਕਿ ਸਾਡੀ ਬਲੈਕ ਐਂਡ ਵਾਈਟ ਬॉल्स ਜਿਹੜੀਆਂ ਹੈ ਉਹ ਅੱਗੇ ਨੂੰ ਮੂਵ ਕਰ ਗਈਆਂ। ਇਸ ਕੇਸ ਵਿੱਚ ਵੀ ਕੀ ਹੈ, ਤੁਹਾਡਾ ਨੈਟ ਮੋਮੈਂਟਮ ਜਿਹੜਾ ਹੈ ਉਹ ਕੰਜ਼ਰਵ ਰਹਿ ਰਿਹਾ ਹੈ ਤੇ ਕਾਇਨੈਟਿਕ એનર્ਜੀ ਵੀ ਕੰਜ਼ਰਵ ਰਹਿ ਰਹੀ ਹੈ। ਤੀਸਰੇ ਕੇਸ ਵਿੱਚ ਕੀ ਹੋਇਆ ਕਿ ਜਿਹੜੀਆਂ ਦੋਨੋਂ ਬॉल्स ਨੇ ਉਹ ਇੱਕ ਦੂਜੇ ਦੇ ਵੱਲ ਨੂੰ ਆਈਆਂ ਤੇ ਆਪਸ ਵਿੱਚ ਟਕਰਾ ਕੇ ਵਾਪਸ ਚਲੀਆਂ ਗਈਆਂ। ਇਹ ਵੀ ਜਿਹੜੀ ਹੈ ਸਾਡੀ ਇਲਾਸਟਿਕ ਕੋਲੀजन ਦੀ ਐਗਜ਼ਾਮਪਲ ਹੈ ਜਿੱਥੇ ਮੋਮੈਂਟਮ ਤੇ ਕਾਇਨੈਟਿਕ એનર્ਜੀ ਦੋਨੋਂ ਕੰਜ਼ਰਵ ਰਹਿੰਦੀਆਂ ਨੇ। दूसरी टाइप ऑफ कोलीजन है इन इलास्टिक कोलीजन। इन इलास्टिक कोलीजन ਵਿੱਚ ਕੀ ਹੁੰਦਾ ਹੈ, ਮੋਮੈਂਟਮ ਜਿਹੜਾ ਹੈ ਉਹ ਕੰਜ਼ਰਵ ਹੈ ਪਰ ਜਿਹੜੀ ਕਾਇਨੈਟਿਕ એનર્ਜੀ ਹੈ ਉਹ ਕੰਜ਼ਰਵ ਨਹੀਂ ਰਹਿੰਦੀ। ਇਹ ਕਿਉਂ ਹੁੰਦਾ ਹੈ? ਕਿਉਂਕਿ ਸਾਡੇ ਕੋਲੇ ਜਿਹੜਾ ਐਟਮੋਸਫੇਅਰ ਵਿੱਚ ਫ੍ਰਿਕਸ਼ਨ ਹਮੇਸ਼ਾ ਮੌਜੂਦ ਹੁੰਦਾ ਹੈ। ਜ਼ਿਆਦਾਤਰ ਕੋਲੀजन ਇਨ ਇਲਾਸਟਿਕ ਕੋਲੀजन्स ਵਿੱਚ ਹੀ ਆਉਂਦੀਆਂ ਨੇ। ਇਹਨੂੰ ਅਸੀਂ ਦੇਖਾਂਗੇ ਵਿਦ ਦੀ ਹੈਲਪ ਆਫ ਐਕਟੀਵਿਟੀ। ਅਸੀਂ ਇੱਕ ਕਾਰ ਲੈ ਲਈ ਤੇ ਦੂਸਰੀ ਕਾਰ ਉਹਦੇ ਵਿੱਚ ਆ ਕੇ ਜਦੋਂ ਕੋਲਾਈਡ ਕੀਤੀ, ਜਦੋਂ ਕੋਲੀजन ਹੋਇਆ, ਇੱਕ ਦੂਜੇ ਦੇ ਨਾਲ ਟਕਰਾ ਗਈਆਂ ਤਾਂ ਕੀ ਹੋ ਰਿਹਾ ਹੈ, ਇੱਥੇ એનર્ਜੀ ਜਿਹੜੀ ਹੈ ਉਹ ਇੱਕ ਕਾਰ ਤੋਂ ਦੂਸਰੀ ਕਾਰ ਵਿੱਚ ਟਰਾਂਸਫਰ ਹੋ ਰਹੀ ਹੈ। ਇੱਥੇ ਮੋਮੈਂਟਮ ਜਿਹੜਾ ਹੈ ਇਨੀਸ਼ੀਅਲ ਐਂਡ ਫਾਈਨਲ ਉਹ ਦੋਨੋਂ ਸੇਮ ਰਹਿੰਦੇ ਹੈ ਪਰ ਬਿਕੋਜ਼ ਆਫ ਹੀਟ ਜਿਹੜੀ ਵਿੱਚੋਂ ਨਿਕਲਦੀ ਹੈ ਉਹਦੇ ਨਾਲ ਕਾਇਨੈਟਿਕ એનર્ਜੀ ਜਿਹੜੀ ਹੈ ਉਹ ਚਲੀ ਜਾਂਦੀ ਹੈ ਤਾਂ ਉਹ ਕਾਇਨੈਟਿਕ એનર્ਜੀ ਇਨੀਸ਼ੀਅਲੀ ਤੇ ਫਾਈਨਲ ਇਕੁਅਲ ਨਹੀਂ ਰਹਿੰਦੀ, ਮਤਲਬ ਕਿ ਕੰਜ਼ਰਵ ਨਹੀਂ ਰਹਿੰਦੀ। ਤੀਸਰਾ ਕੇਸ ਆਉਂਦਾ ਹੈ ਸਾਡੇ ਕੋਲੇ ਪਰਫੈਕਟਲੀ ਇਨ ਇਲਾਸਟਿਕ ਕੋਲੀजन ਦਾ। ਪਰਫੈਕਟਲੀ ਇਨ ਇਲਾਸਟਿਕ ਕੋਲੀजन ਵਿੱਚ ਜਿਹੜੀ ਸਾਡੀ ਮੋਮੈਂਟਮ ਹੈ ਉਹ ਤਾਂ ਕੰਜ਼ਰਵ ਹੈ ਪਰ ਸਾਡੀ ਕਾਇਨੈਟਿਕ એનર્ਜੀ ਵੀ ਕੰਜ਼ਰਵ ਨਹੀਂ ਹੈ। ਇਸ ਕੇਸ ਵਿੱਚ, ਸਪੈਸ਼ਲ ਕੇਸ ਵਿੱਚ ਕੀ ਹੁੰਦਾ ਹੈ, ਬੋਥ ਦੀ ਬੋਡੀਜ਼ ਆਪਸ ਵਿੱਚ ਜਦੋਂ ਕੋਲਾਈਡ ਕਰਦੀਆਂ ਤਾਂ ਸਟਿਕ ਕਰ ਜਾਂਦੀਆਂ ਤੇ ਉਸ ਤੋਂ ਬਾਅਦ ਇੱਕ ਡਾਇਰੈਕਸ਼ਨ ਵਿੱਚ ਮੂਵ ਕਰ ਜਾਂਦੀਆਂ ਨੇ। ਇਸ ਨੂੰ ਦੇਖਣ ਲਈ ਵੀ ਅਸੀਂ ਦੋ ਕਾਰਸ ਲੈ ਲਈਆਂ, ਏ ਕਾਰ ਤੇ ਬੀ ਕਾਰ। ਹੁਣ ਏ ਕਾਰ ਜਿਹੜੀ ਹੈ ਉਹ ਬੀ ਕਾਰ ਵੱਲ ਵਧੀ ਤਾਂ ਇੱਕ ਦੂਜੇ ਨਾਲ ਕੋਲਾਈਡ ਕੀਤੀਆਂ ਤਾਂ ਏ ਕਾਰ ਬੀ ਕਾਰ ਨੂੰ ਆਪਦੇ ਨਾਲ ਹੀ ਜੋੜ ਕੇ ਲੈ ਗਈ। ਤਾਂ ਇਸ ਕੇਸ ਵਿੱਚ ਕੀ ਹੋ ਰਿਹਾ ਹੈ, ਸਾਡੀ ਪਰਫੈਕਟਲੀ ਇਨ ਇਲਾਸਟਿਕ ਕੋਲੀजन ਹੋ ਰਹੀ ਹੈ। ਇਹ ਸਾਡੀਆਂ ਕੁਝ ਐਕਟੀਵਿਟੀਜ਼ ਸੀਗੀਆਂ ਤਿੰਨ ਟਾਈਪਸ ਦੀ ਕੋਲੀजन्स ਨੂੰ ਸਮਝਣ ਵਾਸਤੇ। ਥੈਂਕ ਯੂ।